ਰਾਜ ਰਿਸ਼ੀ, ਲੋਕਤੰਤਰ ਦੇ ਆਧਾਰ ਸਤੰਭ, ਰਿਜ਼ਰਵੇਸ਼ਨ ਦੇ ਦੇਵਤਾ ਛਤਰਪਤੀ ਸ਼ਾਹੂ ਜੀ ਮਹਾਰਾਜ ਦਾ ਜਨਮ 26 ਜੁਲਾਈ 1874 ਨੂੰ 17 ਮਾਰਚ 1884 ਨੂੰ ਜਸਵੰਤ ਰਾਓ ਉਰਫ ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਮਹਾਰਾਣੀ ਆਨੰਦਾਬਾਈ ਨੇ ਗੋਦ ਲਿਆ। ਅਪ੍ਰੈਲ 1894 ਨੂੰ 20 ਸਾਲ ਦੀ ਉਮਰ ਦੇ ਵਿੱਚ ਛਤਰਪਤੀ ਸ਼ਾਹੂ ਜੀ ਮਹਾਰਾਜ ਰਾਜਗੱਦੀ ਤੇ ਬੈਠੇ। ਪੰਡਿਤ ਨੇ ਫਿਰ ਆਖਿਆ, ਸ਼ੂਦਰ ਭਾਵੇਂ ਕਿਸੇ ਵੀ ਪ੍ਰਕਾਰ ਕਿਸੇ ਵੀ ਸੁੱਖ ਸਹੂਲਤਾਂ ਦੇ ਨਾਲ ਕਿਸੇ ਵੀ ਦੱਤਾਂ ਦੇ ਨਾਲ ਰਾਜਾ ਬਣ ਜਵੇ, ਉਹ ਰਾਜਾ ਨਹੀਂ ਹੈ, ਉਹ ਸਾਡੇ ਲਈ ਸ਼ੂਦਰ ਹੈ। ਜੁਲਾਈ 1902 ਨੂੰ ਹੁਕਮ ਪਾਸ ਕਰ ਦਿੱਤੇ ਗਏ, ਸਟੇਟ ਦੇ ਵਿੱਚ ਸਰਕਾਰੀ ਸੀਟਾਂ ਦੇ ਵਾਸਤੇ ਰਾਖਵਾਂਕਰਨ ਦੀ ਸਹੂਲਤ ਦਿੱਤੀ ਜਾਵੇ। ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਧਮਕੀਆਂ ਭਰੇ ਪੱਤਰ ਲਿਖਣੇ ਸ਼ੁਰੂ ਕਰ ਦਿੱਤੇ ਅਤੇ ਇਸ ਦੌਰਾਨ 25 ਜੁਲਾਈ 1908 ਨੂੰ ਰਿਆਸਤ ਕੋਲਾਪੁਰ ਰਿਆਸਤ ਦੇ ਵਿੱਚ ਕਈਆਂ ਥਾਂ ਤੇ ਬੰਬ ਸੁੱਟੇ ਗਏ। ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਡਾਕਟਰ ਅੰਬੇਡਕਰ ਜੀ ਨੇ ਖਤ ਲਿਖਿਆ ਕਿ ਮੈਨੂੰ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਤਾਂ ਉਸ ਸਮੇਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ 750 ਰੁਪਏ ਦਾ ਚੈੱਕ ਉਸ ਸਮੇਂ ਭੇਜਿਆ ਅਤੇ ਕੁਝ ਸਮੇਂ ਬਾਅਦ ਫਿਰ 1500 ਰੁਪਏ ਦਾ ਚੈੱਕ ਭੇਜਿਆ। ਇਸ ਰਾਜ ਰਿਸ਼ੀ, ਲੋਕਤੰਤਰ ਦੇ ਆਧਾਰ ਸਤੰਭ, ਰਿਜ਼ਰਵੇਸ਼ਨ ਦੇ ਦੇਵਤਾ ਛਤਰਪਤੀ ਸ਼ਾਹੂ ਜੀ ਮਹਾਰਾਜ ਦਾ ਜਨਮ 26 ਜੁਲਾਈ 1874 ਨੂੰ ਕਰਬੀਰ ਨਗਰ ਕੋਲਾਪੁਰ ਦੀ ਰਿਆਸਤ ਮਹਾਰਾਸ਼ਟਰ ਵਿਖੇ ਹੋਇਆ। ਆਪ ਜੀ ਦੇ ਬਚਪਨ ਦਾ ਨਾਮ ਜਸਵੰਤ ਰਾਓ ਸੀ। ਆਪ ਜੀ ਦੇ ਪਿਤਾ ਜੀ ਦਾ ਨਾਮ ਜੈ ਸਿੰਘ ਰਾਵ ਅੱਬਾ ਸਾਹਿਬ ਘਾਟਗੇ ਸੀ। ਆਪ ਜੀ ਦੇ ਮਾਤਾ ਜੀ ਦਾ ਨਾਮ ਰਾਧਾਬਾਈ ਸੀ। ਆਪ ਜੀ ਨੂੰ ਪ੍ਰਾਇਮਰੀ ਸਿੱਖਿਆ ਕੋਲਾਪੁਰ ਅਤੇ ਕਰਨਾਟਕਾ ਦੇ ਧਾੜਵਾਹਾ ਤੋਂ ਕੀਤੀ। ਆਪ ਜੀ ਨੇ ਵਿਸ਼ਵ ਵਿਦਿਆਲੇ ਸੌਰਾਸ਼ਟਰ ਰਾਜਕੋਟ ਕਾਲਜ ਤੋਂ ਕੀਤੀ। ਆਪ ਜੀ ਨੂੰ 17 ਮਾਰਚ 1884 ਨੂੰ ਜਸਵੰਤ ਰਾਓ ਉਰਫ ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਮਹਾਰਾਣੀ ਆਨੰਦਾਬਾਈ ਨੇ ਗੋਦ ਲਿਆ। ਗੋਦ ਲੈਣ ਉਪਰੰਤ ਨਾਂ ਬਦਲ ਕੇ ਜਸਵੰਤ ਰਾਓ ਤੋਂ ਸ਼ਾਹੂ ਜੀ ਮਹਾਰਾਜ ਰੱਖਿਆ ਗਿਆ। ਆਪ ਜੀ ਦੇ ਪਿਤਾ ਜੀ ਦਾ ਦੇਹਾਂਤ 20 ਮਾਰਚ 1886 ਨੂੰ ਹੋ ਗਿਆ, ਜਿਸ ਉਪਰੰਤ 2 ਅਪ੍ਰੈਲ 1894 ਨੂੰ 20 ਸਾਲ ਦੀ ਉਮਰ ਦੇ ਵਿੱਚ ਛਤਰਪਤੀ ਸ਼ਾਹੂ ਜੀ ਮਹਾਰਾਜ ਰਾਜਗੱਦੀ ਤੇ ਬੈਠੇ। 1 ਅਪ੍ਰੈਲ 1896 ਨੂੰ ਸ਼ਾਹੂ ਜੀ ਮਹਾਰਾਜ ਦਾ ਵਿਆਹ ਖਾਨ ਬਿਲਕਰ ਦੀ ਸੁਪੁੱਤਰੀ ਲక్ష్ਮੀ ਬਾਈ ਦੇ ਨਾਲ ਹੋਇਆ। ਆਪ ਜੀ ਸ਼ੂਦਰ ਵਰਨ ਕੁਰਮੀ ਜਾਤੀ ਦੇ ਵਿੱਚ OBC ਕੈਟਾਗਰੀ 'ਚ ਪੈਦਾ ਹੋਏ। ਛਤਰਪਤੀ ਸ਼ਾਹੂ ਜੀ ਮਹਾਰਾਜ ਕੋਲਾਪੁਰ ਦੀ ਰਿਆਸਤ ਦੀ ਗੱਦੀ ਤੇ ਬੈਠਣ ਤੋਂ ਉਪਰੰਤ ਦੇਖਦੇ ਹਨ ਰਿਆਸਤ ਦੇ ਵਿੱਚ ਛੂਆ-ਛਾਤ, ਜਾਤੀ ਭੇਦਭਾਵ, ਊਚ ਨੀਚ, ਜਾਤੀ ਵਿਵਸਥਾ, ਵਿਤਕਰਾ, ਜ਼ਬਰ ਜ਼ੁਲਮ ਦਾ ਕੋਈ ਅੰਤ ਨਹੀਂ ਸੀ। ਰਿਆਸਤ ਦੇ ਵਿੱਚ ਜਾਤੀ ਸਿਸਟਮ, ਵਰਨ ਵਿਵਸਥਾ ਕਾਇਮ ਸੀ। ਰਿਆਸਤ ਦੇ ਵਿੱਚ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਬ੍ਰਾਹਮਣਾਂ ਦਾ ਕੱਟੜ ਕਬਜ਼ਾ ਸੀ। ਛਤਰਪਤੀ ਸ਼ਾਹੂ ਜੀ ਮਹਾਰਾਜ ਦੂਰਅੰਦੇਸ਼ੀ ਹੋਣ ਦੇ ਕਾਰਨ ਰਿਆਸਤ ਦੇ ਵਿਕਾਸ ਦੇ ਲਈ ਸ਼ਾਹੂ ਜੀ ਮਹਾਰਾਜ ਨੇ ਦੇਖਿਆ ਕਿ ਰਿਆਸਤ ਦੇ ਵਿਕਾਸ ਦੇ ਲਈ ਹਰ ਵਰਗ ਦੀ, ਹਰ ਜਾਤੀ ਦਾ ਹਿੱਸੇਦਾਰੀ ਹੋਣੀ ਜ਼ਰੂਰੀ ਹੈ। ਪਰੰਤੂ ਬ੍ਰਾਹਮਣਾਂ ਨੇ, ਸਵਰਨ ਜਾਤੀਆਂ ਨੇ ਸੰਸਕਾਰਾਂ ਦੀ ਆੜ ਦੇ ਵਿੱਚ ਬਹੁਜਨ ਸਮਾਜ ਨੂੰ ਸਿੱਖਿਆ ਤੋਂ ਦੂਰ ਰੱਖ ਕੇ ਆਪਣੀ ਸਰਵਉੱਚਤਾ ਸਥਾਪਿਤ ਕੀਤੀ ਹੋਈ ਸੀ। ਹਰ ਸਮੇਂ ਸਮੱਸਿਆ ਦਾ ਮਾਹੌਲ ਬਣਿਆ ਰਹਿੰਦਾ ਸੀ। ਦੇਸ਼ ਦੇ ਵਿੱਚ, ਰਿਆਸਤ ਦੇ ਵਿੱਚ ਜਾਤੀਵਾਦੀ ਮਾਹੌਲ ਸੀ। ਇਸ ਕਰਕੇ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਉਹਨਾਂ ਸਮੱਸਿਆ ਨੂੰ ਦੂਰ ਕਰਨ ਦੇ ਲਈ ਯਤਨ ਕਰਨੇ ਸ਼ੁਰੂ ਕਰ ਦਿੱਤੇ। ਇਸ ਉਪਰੰਤ 1896 ਵਿੱਚ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਸਾਰੀਆਂ ਜਾਤਾਂ, ਸਾਰੇ ਵਰਗਾਂ ਦੇ ਲਈ ਵਿਦਿਆ ਦੇ ਹੋਸਟਲ ਦੀ ਸਥਾਪਨਾ ਕੀਤੀ, ਜਿਸ ਦੇ ਵਿੱਚ ਬੱਚਿਆਂ ਨੂੰ ਪੜ੍ਹਨ ਦੀਆਂ ਸਹੂਲਤਾਂ ਮਿਲੀਆਂ ਅਤੇ 1897 ਦੇ ਵਿੱਚ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਬੇਰੁਜ਼ਗਾਰਾਂ ਕਿਸਾਨਾਂ ਦੇ ਰੁਜ਼ਗਾਰ ਵਾਸਤੇ ਰੁਜ਼ਗਾਰ ਉਪਲਬਧ ਕਰਵਾਉਣੇ ਸ਼ੁਰੂ ਕੀਤੇ, ਜਿਸ ਦੇ ਵਿੱਚ ਗੰਗਾ ਰਾਮ ਕਾਮਲੇ ਜੋ ਛਤਰਪਤੀ ਸ਼ਾਹੂ ਜੀ ਮਹਾਰਾਜ ਦੀ ਰਿਆਸਤ ਦੇ ਵਿੱਚ ਕੰਮ ਕਰਿਆ ਕਰਦਾ ਸੀ। ਛਤਰਪਤੀ ਸ਼ਾਹੂ ਜੀ ਮਹਾਰਾਜ ਰਿਆਸਤ ਤੋਂ ਇੱਕ ਸਮੇਂ ਬਾਹਰ ਗਏ ਸਨ। ਉਸ ਸਮੇਂ ਇੱਕ ਘਟਨਾ ਵਾਪਰੀ, ਜਿਸ ਘਟਨਾ ਦੇ ਦੌਰਾਨ ਗੰਗਾ ਰਾਮ ਕਾਮਲੇ ਵਿਅਕਤੀ ਨੂੰ ਹਿੰਦੂਵਾਦੀ, ਬ੍ਰਾਹਮਣਵਾਦੀ ਲੋਕਾਂ ਦੇ ਵੱਲੋਂ ਜਾਤੀ ਪ੍ਰਤਾੜਨਾ ਕੀਤੀ ਗਈ ਔਰ ਛੂਆ-ਛਾਤ ਜਾਤੀ ਵਿਤਕਰਾ ਕੀਤਾ ਗਿਆ। ਇਸ ਨੂੰ ਦੇਖਦੇ ਹੋਏ ਗੰਗਾ ਰਾਮ ਦੇ ਨਾਲ ਬਹੁਤ ਹੀ ਗਲਤ ਵਰਤਾਓ ਕੀਤਾ ਗਿਆ। ਇਸ ਖਬਰ ਜਦੋਂ ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਪਤਾ ਲੱਗੀ ਤਾਂ ਸ਼ਾਹੂ ਜੀ ਮਹਾਰਾਜ ਨੂੰ ਬਹੁਤ ਦੁੱਖ ਹੋਇਆ ਕਿ ਮੇਰੀ ਰਿਆਸਤ ਦੇ ਵਿੱਚ ਗੰਗਾ ਰਾਮ ਕਾਮਲੇ ਨਾਂ ਦੇ ਵਿਅਕਤੀ ਦੇ ਨਾਲ ਜਾਤੀ ਵਿਤਕਰਾ ਭੇਦਭਾਵ ਹੋਇਆ। ਇਸ ਨੂੰ ਦੇਖਦੇ ਹੋਏ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਗੰਗਾ ਰਾਮ ਕਾਮਲੇ ਨਾਂ ਦੇ ਵਿਅਕਤੀ ਨੂੰ ਆਪਣੀ ਰਿਆਸਤ ਦੇ ਬਾਹਰ ਇੱਕ ਹੋਟਲ ਚਾਹ ਦਾ ਖੋਲ੍ਹ ਕੇ ਦਿੱਤਾ, ਜਿਸ ਹੋਟਲ ਦੇ ਵਿੱਚ ਛਤਰਪਤੀ ਸ਼ਾਹੂ ਜੀ ਮਹਾਰਾਜ ਹਰ ਰੋਜ਼ ਜਾਇਆ ਕਰਦੇ ਸਨ ਅਤੇ ਸਰਕਾਰੀ ਅਫਸਰ ਅਧਿਕਾਰੀਆਂ ਨੂੰ ਉੱਥੇ ਬੈਠ ਕੇ ਚਾਹ ਦਾ ਕੱਪ ਪੀਣ ਦੇ ਲਈ ਆਖਿਆ ਕਰਦੇ ਸਨ। ਪਰ ਉਸ ਸਮੇਂ
ਜਾਤੀ ਭੇਦਭਾਵ ਛੂਆਛਾਤ ਹੋਣ ਦੇ ਕਾਰਨ ਉੱਚ ਜਾਤੀ ਦੇ ਲੋਕ ਗੰਗਾ ਰਾਮ ਕਾਮਲੇ ਦੇ ਸ਼ੂਦਰ ਨਾਂ ਦੇ ਵਿਅਕਤੀ ਦੇ ਕੋਲੋਂ ਚਾਹ ਪਾਣੀ ਪੀਣ ਤੋਂ ਮਨਾ ਕਰਦੇ ਸਨ। ਇਸ ਨੂੰ ਦੇਖਦੇ ਹੋਏ ਜਦੋਂ ਇਹ ਗੱਲ ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਪਤਾ ਲੱਗਦੀ ਹੈ ਤਾਂ ਸ਼ਾਹੂ ਜੀ ਮਹਾਰਾਜ ਹਰ ਰੋਜ਼ ਜਾਇਆ ਕਰਦੇ ਔਰ ਉੱਤੇ ਬੈਠ ਕੇ ਅਧਿਕਾਰੀਆਂ ਨੂੰ ਸ਼ਾਸਨ ਪ੍ਰਸ਼ਾਸਨ ਨੂੰ ਆਪਣੀਆਂ ਫਾਈਲਾਂ ਤੇ ਦਸਤਖਤ ਕਰਨ ਦੇ ਲਈ ਆਖਿਆ ਕਰਦੇ। ਅਧਿਕਾਰੀ ਹਰ ਰੋਜ਼ ਗੰਗਾ ਰਾਮ ਕਾਮਲੇ ਦੇ ਹੋਟਲ ਤੇ ਆਂਦੇ ਔਰ ਚਾਹ ਦਾ ਪਿਆਲਾ ਆਪ ਪੀਂਦੇ, ਛਤਰਪਤੀ ਸ਼ਾਹੂ ਜੀ ਮਹਾਰਾਜ ਵੀ ਪੀਂਦੇ ਔਰ ਫਾਈਲਾਂ ਤੇ ਦਸਤਖਤ ਕਰਦੇ। ਇਸ ਨੂੰ ਦੇਖਦੇ ਹੋਏ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਗੰਗਾ ਰਾਮ ਕਾਮਲੇ ਨਾਂ ਦੇ ਵਿਅਕਤੀ ਦਾ ਹੋਟਲ ਨਾ ਹੀ ਚਲਾਇਆ ਬਲਕਿ ਹੋਟਲ ਦਿਨ ਪ੍ਰਤੀ ਦਿਨ ਪ੍ਰਫੁੱਲਿਤ ਹੋਣ ਲੱਗਾ। ਇਸ ਨੂੰ ਦੇਖਦੇ ਹੋਏ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਗੰਗਾ ਰਾਮ ਕਾਮਲੇ ਨਾਂ ਦੇ ਵਿਅਕਤੀ ਨੂੰ ਚਾਹ ਦਾ ਹੋਟਲ ਹੀ ਨਹੀਂ ਖੋਲ ਕੇ ਦਿੱਤਾ ਬਲਕਿ ਉਸ ਸਮੇਂ ਸੋਡਾ ਬਣਾਉਣ ਵਾਲੀ ਮਸ਼ੀਨ ਵੀ ਲੈ ਕੇ ਦਿੱਤੀ। ਇਸ ਨੂੰ ਦੇਖਦੇ ਹੋਏ ਦੇਸ਼ ਦੇ ਵਿੱਚ ਰਿਆਸਤ ਦੇ ਵਿੱਚ ਬਹੁਤ ਹੀ ਖੁਸ਼ੀਆਂ ਦਾ ਮਾਹੌਲ ਹੋਣ ਲੱਗਾ। ਜਿਨ੍ਹਾਂ ਲੋਕਾਂ ਨੂੰ ਦੁਦਕਾਰਿਆ ਜਾਂਦਾ ਸੀ ਉਹ ਲੋਕ ਆਰਥਿਕ ਤੌਰ ਤੇ ਮਜ਼ਬੂਤ ਹੋਣ ਲੱਗੇ। ਦੌਰਾਨ 1899 ਦੇ ਵਿੱਚ ਬ੍ਰਾਹਮਣ ਸਵਰਨ ਪੁਜਾਰੀਆਂ ਦੇ ਵੱਲੋਂ ਛਤਰਪਤੀ ਸ਼ਾਹੂ ਜੀ ਮਹਾਰਾਜ ਨਾਲ ਵਿਤਕਰੇ ਦੀ ਘਟਨਾ ਸਾਹਮਣੇ ਆਈ, ਜਿਸ ਵਿਤਕਰੇ ਨੇ ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਝੰਜੋੜ ਕੇ ਰੱਖ ਦਿੱਤਾ। ਛਤਰਪਤੀ ਸ਼ਾਹੂ ਜੀ ਮਹਾਰਾਜ ਹਰ ਸਾਲ ਕੱਤਕ ਦੇ ਮਹੀਨੇ ਪੰਚਨਾਮ ਗੰਗਾ ਦੇ ਉੱਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ। ਇਸ ਸਾਲ ਵੀ ਪੰਚਨਾਮ ਗੰਗਾ ਦੇ ਉੱਤੇ ਇਸ਼ਨਾਨ ਕਰਨ ਵਾਸਤੇ ਆਪਣੇ ਮਾਮਾ ਜੀ ਖਾਨ ਬਿਲਕਰ ਸਾਹਿਬ ਅਤੇ ਬਾਪੂ ਸਿੰਘ ਘਾਟਗੇ ਦੇ ਨਾਲ ਗੰਗਾ ਤੇ ਇਸ਼ਨਾਨ ਕਰਨ ਗਏ। ਇਸ਼ਨਾਨ ਕਰਦੇ ਕਰਦੇ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਦੇਖਿਆ ਕਿ ਪ੍ਰੋਹਿਤ ਰਾਜਾ ਰਾਮ ਸ਼ਾਸਤਰੀ ਨਾਂ ਦਾ ਪ੍ਰੋਹਿਤ ਵੈਦਿਕ ਮੰਤਰ ਪੜਨ ਦੀ ਬਜਾਏ ਸ਼ਾਸਤਰਾਂ ਦੇ ਮੰਤਰ ਪੜ ਰਿਹਾ ਸੀ। ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਪੰਡਤ ਨੂੰ ਉਸ ਸਮੇਂ ਇਸ਼ਨਾਨ ਨਹੀਂ ਸੀ ਕੀਤਾ ਹੋਇਆ, ਜਦ ਕਿ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਪੂਜਾ ਪਾਠ ਕਰਦਿਆਂ ਵਿਚਕਾਰ ਹੀ ਉਸ ਪੰਡਿਤ ਨੂੰ ਰੋਕ ਦਿੱਤਾ ਅਤੇ ਆਖਿਆ, ਪੰਡਤ ਜੀ, ਨਾ ਤਾਂ ਤੁਸੀਂ ਇਸ਼ਨਾਨ ਕੀਤਾ ਹੈ ਔਰ ਨਾ ਹੀ ਤੁਸੀਂ ਵੈਦਿਕ ਮੰਤਰ ਪੜਨ ਦੀ ਬਜਾਏ ਪ੍ਰਾਣਾ ਦੇ ਮੰਤਰ ਪੜ ਰਹੇ ਹੋ। ਤਾਂ ਪੰਡਿਤ ਨੇ ਉਸੇ ਵੇਲੇ ਵਿਚਕਾਰ ਹੀ ਬਗੈਰ ਝਿਜਕਦੇ ਹੋਏ ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਆਖਿਆ, ਰਾਜਾ ਜੀ, ਤੁਸੀਂ ਸ਼ੂਦਰ ਹੋ, ਤੁਸੀਂ ਸ਼ੂਦਰ ਜਨਮ ਦੇ ਵਿੱਚ ਪੈਦਾ ਹੋਏ ਹੋ, ਸ਼ੂਦਰ ਵਰਗ 'ਚ ਪੈਦਾ ਹੋਏ ਹੋ। ਜੇਕਰ ਮੈਂ ਨਾ ਵੀ ਇਸ਼ਨਾਨ ਕਰਾਂ ਔਰ ਵੈਦਿਕ ਮੰਤਰ ਪੜਨ ਦੀ ਬਜਾਏ ਪ੍ਰਾਣਾ ਦੇ ਮੰਤਰ ਵੀ ਪੜਾਂ ਤਾਂ ਵੀ ਇਹ ਸਵਕਾਰ ਨੇ। ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਬਹੁਤ ਬੇਇੱਜ਼ਤੀ ਮਹਿਸੂਸ ਕੀਤੀ, ਜਿਹਾ ਕਿ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ। ਨਾਲ ਖੜੇ ਛਤਰਪਤੀ ਸ਼ਾਹੂ ਜੀ ਮਹਾਰਾਜ ਦੇ ਭਰਾ ਬਾਪੂ ਸਿੰਘ ਘਾਟਗੇ ਨੇ ਕਿਹਾ, ਮਹਾਰਾਜ, ਪੰਡਿਤ ਜੀ, ਇਹ ਤਾਂ ਮਹਾਰਾਜਾ ਨੇ। ਤਾਂ ਉਸ ਸਮੇਂ ਪੰਡਿਤ ਨੇ ਫਿਰ ਆਖਿਆ, ਸ਼ੂਦਰ ਭਾਵੇਂ ਕਿਸੇ ਵੀ ਪ੍ਰਕਾਰ ਕਿਸੇ ਵੀ ਸੁੱਖ ਸਹੂਲਤਾਂ ਦੇ ਨਾਲ ਕਿਸੇ ਵੀ ਦੱਤਾਂ ਦੇ ਨਾਲ ਰਾਜਾ ਬਣ ਜਵੇ, ਉਹ ਰਾਜਾ ਨਹੀਂ ਹੈ, ਉਹ ਸਾਡੇ ਲਈ ਸ਼ੂਦਰ ਹੀ ਹੈ। ਜਿਹੀਆਂ ਦੁਰਘਟਨਾਵਾਂ ਨੇ, ਅਜਿਹੇ ਪ੍ਰੋਹਿਤ ਪੁਜਾਰੀ ਦੇ ਵਾਕਾਂ ਨੇ ਛਤਰਪਤੀ ਸ਼ਾਹੂ ਜੀ ਮਹਾਰਾਜ ਅਤੇ ਉਹਨਾਂ ਦੇ ਮਾਮਾ ਤੇ ਭਰਾ ਨੂੰ ਝੰਜੋੜ ਕੇ ਰੱਖ ਦਿੱਤਾ, ਜਿਸ ਨੂੰ ਦੇਖਦੇ ਹੋਏ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਅਜਿਹਾ ਪਰਿਵਰਤਨ ਕੀਤਾ। ਉਹਨਾਂ ਨੇ ਆ ਕੇ ਆਪਣੇ ਰਿਆਸਤ ਦੇ ਵਿੱਚ ਇਸ ਬ੍ਰਾਹਮਣਵਾਦ ਦੀਆਂ ਧੱਜੀਆਂ ਉਡਾਉਣ ਦੇ ਲਈ ਯਤਨ ਸ਼ੁਰੂ ਕਰ ਦਿੱਤੇ ਅਤੇ ਆਖਿਆ, ਜੇਕਰ ਮੈਂ ਰਾਜਾ ਹੋਣ ਦੇ ਬਾਵਜੂਦ ਵੀ ਮੈਨੂੰ ਸ਼ੂਦਰ ਸਮਝਿਆ ਜਾਂਦਾ, ਜਿਹੜਾ ਮੇਰਾ ਸਮਾਜ ਹੈ ਉਸ ਦੇ ਨਾਲ ਕੀ ਹੁੰਦਾ ਹੋਏਗਾ, ਉਸ ਦੇ ਨਾਲ ਕਿੰਨਾ ਜਾਤੀ ਵਿਤਕਰਾ, ਜਾਤੀ ਸਿਸਟਮ ਇਸ ਦੇਸ਼ ਦੇ ਵਿੱਚ ਵਿਵਸਥਾ ਨੂੰ ਮੈਂ ਤੋੜ ਕੇ ਛੱਡਾਂਗਾ ਤੇ ਇਸ ਬ੍ਰਾਹਮਣੀ ਸਮਾਜਿਕ ਵਿਵਸਥਾ ਨੂੰ ਮੈਂ ਤੋੜ ਕੇ ਛੱਡਾਂਗਾ। ਪਿਛੜੇ ਵਰਗ ਨੂੰ ਧਾਰਮਿਕ ਜ਼ੁਲਮ ਗੁਲਾਮੀ ਤੋਂ ਛੁਡਵਾ ਕੇ ਛੱਡਾਂਗਾ ਅਤੇ ਸ਼ੂਦਰਾਂ ਨੂੰ ਇਸ ਦੇਸ਼ ਦੇ ਵਿੱਚ ਉਹਨਾਂ ਦੀ ਸਮਾਜਿਕ ਹਿੱਸੇਦਾਰੀ ਦੇ ਕੇ ਛੱਡਾਂਗਾ। 1991 ਦੇ ਵਿੱਚ ਇਸ ਦੌਰਾਨ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਮਰਾਠਾ, ਜੈਨ, ਮੁਸਲਾਮ, ਲਿੰਗਾਇਤ, ਚਮਾਰ ਅਤੇ ਹੋਰ ਅਨੇਕਾਂ OBC ਜਾਤੀਆਂ, ਨਾਈ, ਝਿਊਰ, ਸ਼ਿੰਬੇ ਆਦਿ ਜਾਤੀਆਂ ਦੇ ਵਿਦਿਆਰਥੀਆਂ ਵਾਸਤੇ ਮਹਾਰਾਣੀ ਵਿਕਟੋਰੀਆ ਦੇ ਨਾਂ ਦੇ ਉੱਤੇ ਮਰਾਠਾ ਬੋਰਡ ਦੀ ਸਥਾਪਨਾ ਕੀਤੀ। ਮਈ 1901 ਦੇ ਵਿੱਚ ਜਨਗਣਨਾ ਦੀ ਰਿਪੋਰਟ ਕੋਲਹਾਪੁਰ ਰਿਆਸਤ ਦੀ ਆਈ, ਜਿਸ ਦੇ ਵਿੱਚ ਰਿਆਸਤ ਦੇ ਵਿੱਚ ਅਛੂਤ, ਸ਼ੂਦਰ ਅਤੇ ਅਤੀ ਸ਼ੂਦਰਾਂ ਦੀ ਦਿਸ਼ਾ ਬਹੁਤ ਮਾੜੀ ਸੀ। ਸ਼ੂਦਰ ਅਤੇ ਸ਼ੂਦਰ ਪਿੰਡਾਂ ਤੋਂ ਬਾਹਰ ਰਿਹਾ ਕਰਦੇ ਸਨ, ਜਿਹੜੇ ਗੰਦਗੀ ਭਰਿਆ ਜੀਵਨ ਮਹਿਸੂਸ ਕਰਦੇ ਸਨ ਅਤੇ ਤਲਾਬਾਂ ਤੇ ਖੂਹਾਂ ਤੋਂ ਪਾਣੀ ਭਰਨ ਦਾ ਅਧਿਕਾਰ ਨਹੀਂ ਸੀ। ਕੋਲਹਾਪੁਰ ਦੀ ਸਟੇਟ ਦੇ ਵਿੱਚ ਅਛੂਤਾਂ ਦੀ ਗਿਣਤੀ ਉਸ ਸਮੇਂ 1,03,879 ਸੀ। ਉਸ ਸਮੇਂ ਬ੍ਰਾਹਮਣ ਸਵਰਨਾਂ ਦੀ ਗਿਣਤੀ ਨਾਮਾਤਰ ਸੀ ਅਤੇ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਬ੍ਰਾਹਮਣਾਂ ਦਾ ਕਬਜ਼ਾ ਹੋਣ ਦੇ ਕਾਰਨ ਸਾਰੇ ਅਧਿਕਾਰੀ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਬ੍ਰਾਹਮਣ ਤੇ ਸਵਰਨ ਜਾਤੀਆਂ ਦੇ ਸਨ। ਅਤੇ ਮਈ 1902 ਦੇ ਵਿੱਚ ਮਹਾਰਾਜਾ ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਮੈਜਿਸਟਰੇਟ ਕਿੰਗ ਐਡਵਰਡ ਰਾਜ ਅਭਿਸ਼ੇਕੇ ਵਿੱਚ ਸ਼ਾਮਲ ਹੋਣ ਦੇ ਲਈ ਬਰਤਾਨੀਆ ਸਰਕਾਰ ਦੇ ਵੱਲੋਂ ਇੰਗਲੈਂਡ, ਲੰਡਨ ਤੋਂ ਸੱਦਾ ਪੱਤਰ ਭੇਜਿਆ ਗਿਆ ਅਤੇ ਛਤਰਪਤੀ ਸ਼ਾਹੂ ਜੀ ਮਹਾਰਾਜ ਉਸ ਸਮੇਂ
ਇੰਗਲੈਂਡ ਚਲੇ ਗਏ। ਲੰਡਨ ਵਿਖੇ ਜਨਗਣਨਾ ਦੀ ਰਿਪੋਰਟ ਦੇ ਮੁਤਾਬਕ ਹੁਕਮ ਜਾਰੀ ਕਰ ਦਿੱਤੇ ਕਿ 26 ਜੁਲਾਈ 1902 ਨੂੰ ਹੁਕਮ ਪਾਸ ਕਰ ਦਿੱਤੇ ਗਏ ਸਟੇਟ ਦੇ ਵਿੱਚ ਸਰਕਾਰੀ ਸੀਟਾਂ ਦੇ ਵਾਸਤੇ ਰਾਖਵਾਂਕਰਨ ਦੀ ਸਹੂਲਤ ਦਿੱਤੀ ਜਾਵੇ। ਤੁਰੰਤ ਹੁਕਮ ਲਾਗੂ ਕਰਨ ਦੀ ਆਖਿਆ ਗਿਆ। ਪਰ ਇਹ ਹੁਕਮਾਂ ਨੂੰ ਦੇਖਦੇ ਹੋਏ ਸਵਰਨ ਬ੍ਰਾਹਮਣਾਂ ਦੇ ਵੱਲੋਂ ਏਕਾਧਿਕਾਰ ਦੀਆਂ ਚੁਣੌਤੀਆਂ ਨੂੰ ਇਹ ਇਨਕਲਾਬੀ ਕਦਮ ਸੀ ਛਤਰਪਤੀ ਸਾਹੂ ਜੀ ਮਹਾਰਾਜ ਦੇ ਵੱਲੋਂ। ਅਤੇ 26 ਜੁਲਾਈ 1902 ਨੂੰ ਸਿੱਖਿਆ ਪ੍ਰਣਾਲੀ ਨੂੰ ਵਧੀਆ ਬਣਾਉਣ ਦੇ ਲਈ ਹੁਕਮ ਲਾਗੂ ਕਰਨ ਦੇ ਜਾਰੀ ਕਰ ਦਿੱਤੇ ਗਏ ਅਤੇ ਇਹ ਹੁਕਮ ਤੁਰੰਤ ਲਾਗੂ ਕਰਨ ਦੇ ਲਈ ਆਖਿਆ ਗਿਆ, ਕਿਉਂਕਿ 1857 ਦੇ ਵਿੱਚ ਮਹਾਰਾਣੀ ਵਿਕਟੋਰੀਆ ਨੇ ਐਲਾਨ ਕੀਤਾ ਸੀ ਕਿ ਸਾਰੀਆਂ ਜਾਤੀਆਂ ਨੂੰ ਉਹਨਾਂ ਦੇ ਬਣਦੇ ਅਧਿਕਾਰ ਬਰਾਬਰ ਮੁਹੱਈਆ ਕਰਵਾਏ ਜਾ ਸਕਣ। ਪਰ ਇਹ ਹੁਕਮ ਮਹਾਰਾਣੀ ਵਿਕਟੋਰੀਆ ਦੇ 1857 ਵਾਲੇ ਸਿਰਫ ਕਾਗਜ਼ਾਂ ਦੇ ਵਿੱਚ ਹੀ ਰਹਿ ਗਏ ਸਨ। ਸ਼ਾਸਨ ਪ੍ਰਸ਼ਾਸਨ ਦੇ ਵਿੱਚ ਬ੍ਰਾਹਮਣਾਂ ਅਤੇ ਸਵਰਨਾਂ ਦਾ ਜਾਤੀਆਂ ਦਾ ਕਬਜ਼ਾ ਹੋਣ ਦੇ ਕਾਰਨ ਇਹ ਹੁਕਮ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਂਦੇ ਸਨ। ਸਾਰੀਆਂ ਜਾਤੀਆਂ ਨੂੰ ਬਰਾਬਰ ਦੇ ਅਧਿਕਾਰ ਨਹੀਂ ਸੀ ਮਿਲਦੇ। 26 ਜੁਲਾਈ 1902 ਨੂੰ ਜੋ ਛਤਰਪਤੀ ਸਾਹੂ ਜੀ ਮਹਾਰਾਜ ਨੇ ਆਪਣੀ ਰਿਆਸਤ ਦੇ ਵਿੱਚ ਹੁਕਮ ਲਾਗੂ ਕੀਤੇ, ਉਹਨਾਂ ਹੁਕਮਾਂ ਨੂੰ ਦੇਖਦੇ ਹੋਏ ਰਿਆਸਤ ਦੇ ਮੰਤਰੀ ਅਧਿਕਾਰੀਆਂ ਨੇ ਛਤਰਪਤੀ ਸਾਹੂ ਜੀ ਮਹਾਰਾਜ ਦੇ ਹੁਕਮਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਅਤੇ ਛਤਰਪਤੀ ਸਾਹੂ ਜੀ ਮਹਾਰਾਜ ਜਦੋਂ ਲੰਡਨ ਤੋਂ ਇੰਗਲੈਂਡ ਤੋਂ ਆਪਣੀ ਰਿਆਸਤ ਦੇ ਵਿੱਚ ਵਾਪਸ ਆਏ ਤਾਂ ਛਤਰਪਤੀ ਸਾਹੂ ਜੀ ਮਹਾਰਾਜ ਨੇ ਆਪਣੇ ਮੰਤਰੀਆਂ ਅਧਿਕਾਰੀਆਂ ਨੂੰ ਇਕੱਠਾ ਕੀਤਾ ਔਰ ਘੋੜਿਆਂ ਵਾਲੇ ਤਵੇਲੇ ਦੇ ਵਿੱਚ ਲੈ ਗਏ। ਜਦੋਂ ਘੋੜਿਆਂ ਵਾਲੇ ਤਵੇਲੇ 'ਚ ਲਗਾਏ, ਆਪਣੇ ਨੌਕਰ ਨੂੰ ਹੁਕਮ ਜਾਰੀ ਕੀਤਾ ਕਿ ਸਾਰਾ ਇੱਕ ਜਗ੍ਹਾ ਇਕੱਠਾ ਕਰਕੇ ਪਾ ਦਿੱਤਾ ਜਾਵੇ ਤੇ ਸਾਰੇ ਘੋੜਿਆਂ ਨੂੰ ਖੋਲ ਦਿੱਤਾ ਜਾਵੇ। ਤਾਂ ਕੀ ਹੋਇਆ, ਉਸ ਘੋੜਿਆਂ ਨੂੰ ਦੇਖਦੇ ਹੋਏ ਜਿਹੜੇ ਤਕੜੇ ਘੋੜੇ ਸੀ ਉਹ ਸਾਰਾ ਚਾਰਾ ਦਾਵਾ ਦਵ ਖਤਮ ਕਰ ਗਏ। ਮਾੜੇ ਘੋੜਿਆਂ ਨੂੰ ਤਕੜੇ ਘੋੜਿਆਂ ਨੇ ਦਲੱਤੇ ਮਾਰ ਕੇ ਸਾਈਡ ਤੇ ਕਰ ਦਿੱਤਾ। ਇਸ ਨੂੰ ਦੇਖਦੇ ਹੋਏ ਛਤਰਪਤੀ ਸਾਹੂ ਜੀ ਮਹਾਰਾਜ ਨੇ ਪੁੱਛਿਆ, ਮੰਤਰੀਆਂ ਅਧਿਕਾਰੀਆਂ ਨੂੰ ਪੁੱਛਿਆ ਕਿ ਇਹ ਜਿਹੜੇ ਮਾੜੇ ਘੋੜੇ ਰਹਿ ਗਏ ਹਨ, ਜਿਹੜੇ ਮਾੜੇ ਘੋੜਿਆਂ ਨੂੰ ਦਲੱਤੇ ਮਾਰ ਕੇ ਸਾਈਡ ਤੇ ਕਰ ਦਿੱਤਾ ਗਿਆ, ਉਹਨਾਂ ਦਾ ਕੀ ਕੀਤਾ ਜਾਵੇ। ਤਾਂ ਉਸ ਸਮੇਂ ਸਵਰਨ ਬ੍ਰਾਹਮਣ ਮੰਤਰੀਆਂ ਤੇ ਅਧਿਕਾਰੀਆਂ ਨੇ ਆਖਿਆ, ਮਹਾਰਾਜ ਇਹਨਾਂ ਹਲਕੇ ਤੇ ਮਾੜੇ ਘੋੜਿਆਂ ਨੂੰ ਅਲੱਗ ਤੋਂ ਚਾਰਾ ਪਾਇਆ ਜਾਵੇ। ਇਹ ਘਟਨਾ ਨੂੰ ਛਤਰਪਤੀ ਸਾਹੂ ਜੀ ਮਹਾਰਾਜ ਨੇ ਉਦਾਹਰਨ ਦੇ ਕੇ ਉਹਨਾਂ ਮੰਤਰੀਆਂ ਅਧਿਕਾਰੀਆਂ ਨੂੰ ਸਮਝਾਇਆ ਕਿ ਜਿਹੜੇ ਲੋਕਾਂ ਨੂੰ ਪਿਛਲੇ ਐਨੇ ਸਮੇਂ ਤੋਂ ਮੇਰੀ ਰਿਆਸਤ ਦੇ ਵਿੱਚ ਦਦਕਾਰਿਆ ਜਾ ਰਿਹਾ ਹੈ, ਜਿਨ੍ਹਾਂ ਲੋਕਾਂ ਨੂੰ ਛੂਆ-ਛਾਤ ਕੀਤੀ ਜਾ ਰਹੀ ਹੈ, ਜਿਨ੍ਹਾਂ ਲੋਕਾਂ ਦੇ ਨਾਲ ਊਚ ਨੀਚ ਭੇਦਭਾਵ ਜਾਤੀ ਵਿਤਕਰਾ ਕੀਤਾ ਜਾ ਰਿਹਾ ਹੈ, ਮੈਂ ਉਹਨਾਂ ਲੋਕਾਂ ਦੇ ਲਈ ਅਲੱਗ ਤੋਂ 50% ਰਾਖਵਾਂਕਰਨ ਦੇ ਰਿਹਾ ਹਾਂ ਤਾਂ ਕਿ ਇਹ ਲੋਕ ਪੜ੍ਹ ਲਿਖ ਕੇ ਉੱਚ ਵਿੱਦਿਆ ਪ੍ਰਾਪਤ ਕਰਕੇ ਮੇਰੀ ਰਿਆਸਤ ਦੇ ਵਿੱਚ 50% ਰਾਖਵੇਂਕਰਨ ਦਾ ਲਾਭ ਲੈ ਕੇ ਨੌਕਰੀਆਂ ਤੇ ਲੱਗ ਸਕਣ। ਅਤੇ ਛਤਰਪਤੀ ਸਾਹੂ ਜੀ ਮਹਾਰਾਜ ਨੇ ਆਪਣੀ ਰਿਆਸਤ ਦੇ ਵਿੱਚ ਅਧਿਕਾਰੀਆਂ ਮੰਤਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਕਿ ਮੇਰੀ ਰਿਆਸਤ ਦੇ ਵਿੱਚ ਜਿਹੜੇ ਅਤੀ ਸ਼ੂਦਰ ਤੇ ਸ਼ੂਦਰ ਜਿਹੜੇ ਵਿਅਕਤੀ ਪੜ੍ਹ ਲਿਖ ਗਏ ਹਨ, ਉਹਨਾਂ ਨੂੰ ਮੇਰੀ ਰਿਆਸਤ ਦੇ ਵਿੱਚ ਕੰਮ ਕਰਨਾ ਸਿਖਾਇਆ ਜਾਵੇ। ਮੇਰੀ ਰਿਆਸਤ ਦੇ ਵਿੱਚ ਅਧਿਕਾਰੀਆਂ ਦੀ ਤਰ੍ਹਾਂ ਉਹਨਾਂ ਨੂੰ ਕੰਮ ਕਰਨ ਦਾ ਮੁਹੱਈਆ ਕਰਵਾਇਆ ਜਾਵੇ। ਅਤੇ 6 ਮਹੀਨੇ ਦਾ ਸਵਰਨ ਜਾਤੀਆਂ ਨੂੰ ਅਧਿਕਾਰ ਦੇ ਦਿੱਤਾ। 6 ਮਹੀਨੇ ਦੇ ਵਿੱਚ ਅਗਰ ਸ਼ੂਦਰਾਂ ਅਤੇ ਅਤੀ ਸ਼ੂਦਰਾਂ ਨੂੰ ਦਫ਼ਤਰੀ ਕੰਮ ਨਹੀਂ ਸਿਖਾਇਆ ਤਾਂ ਮੈਂ ਤੁਹਾਨੂੰ ਬਰਖਾਸਤ ਕਰ ਦਵਾਂਗਾ। ਜਿਹੜਾ 6 ਮਹੀਨੇ ਦੇ ਅੰਦਰ ਅੰਦਰ ਸ਼ੂਦਰਾਂ ਅਤੇ ਸ਼ੂਦਰਾਂ ਵਿਅਕਤੀਆਂ ਨੂੰ ਕੰਮ ਸਿਖਾਏਗਾ ਦਫ਼ਤਰੀ, ਉਸ ਨੂੰ ਮੇਰੀ ਰਿਆਸਤ ਦੇ ਵਿੱਚ ਜਗ੍ਹਾ ਮਿਲੇਗੀ। ਜਿਹੜਾ ਕੰਮ ਨਹੀਂ ਸਿਖਾਏਗਾ ਉਸ ਨੂੰ ਮੇਰੀ ਰਿਆਸਤ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ। ਇਸ ਨੂੰ ਦੇਖਦੇ ਹੋਏ ਛਤਰਪਤੀ ਸਾਹੂ ਜੀ ਮਹਾਰਾਜ ਦੇ ਉਦੇਸ਼ਾਂ ਨੂੰ ਸਵਰਨ ਜਾਤੀਆਂ ਨੇ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ। ਅਤੇ ਦੂਸਰੇ ਪਾਸੇ ਸ਼ੰਕਰਾਚਾਰੀਆ ਨੇ ਉਸ ਸਮੇਂ ਛਤਰਪਤੀ ਸਾਹੂ ਜੀ ਮਹਾਰਾਜ ਦਾ 1903 ਤੋਂ 1905 ਦੇ ਵਿੱਚ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਛਤਰਪਤੀ ਸਾਹੂ ਜੀ ਮਹਾਰਾਜ ਨੂੰ ਗੱਦੀ ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ। ਇਸ ਨੂੰ ਦੇਖਦੇ ਹੋਏ ਰਿਆਸਤ ਦੇ ਵਿੱਚ ਮਾਹੌਲ ਸੰਕਟ ਭਰਿਆ ਬਣ ਗਿਆ ਤੇ 1906 ਦੇ ਵਿੱਚ ਛਤਰਪਤੀ ਸਾਹੂ ਜੀ ਮਹਾਰਾਜ ਵੱਲੋਂ ਸ਼ਾਹੂ ਮਿਸ਼ਲ ਦੀ ਸਥਾਪਨਾ ਕੀਤੀ ਗਈ। 1908 ਦੇ ਵਿੱਚ ਛਤਰਪਤੀ ਸਾਹੂ ਜੀ ਮਹਾਰਾਜ ਦੇ ਵੱਲੋਂ ਦਲਿਤਾਂ, ਸ਼ੂਦਰਾਂ ਅਤੇ ਬਹੁਜਨਾਂ ਦੇ ਰਾਜ ਦੇ ਵਿੱਚ ਹਿੱਸੇਦਾਰੀ ਦੇਣ ਦੇ ਕਾਰਨ ਬ੍ਰਾਹਮਣਾਂ ਅਤੇ ਸਵਰਨ ਜਾਤੀਆਂ ਦੇ ਵੱਲੋਂ ਰਾਜ ਸਟੇਟ ਦੇ ਵਿੱਚ ਅਤਿਆਚਾਰ ਅਤੇ ਅੱਤਵਾਦੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ, ਜਿਸ ਨੂੰ ਦੇਖਦੇ ਹੋਏ ਛਤਰਪਤੀ ਸਾਹੂ ਜੀ ਮਹਾਰਾਜ ਨੂੰ ਧਮਕੀਆਂ ਭਰੇ ਪੱਤਰ ਲਿਖਣੇ ਸ਼ੁਰੂ ਕਰ ਦਿੱਤੇ। ਅਤੇ ਇਸ ਦੌਰਾਨ 25 ਜੁਲਾਈ 1908 ਨੂੰ ਕੋਲਾਪੁਰ ਰਿਆਸਤ ਦੇ ਵਿੱਚ ਕਈਆਂ ਥਾਂ ਤੇ ਬੰਬ ਸੁੱਟੇ ਗਏ ਅਤੇ ਇਸ ਦੇ ਸੰਬੰਧ ਦੇ ਵਿੱਚ ਨਡੂਮ ਜੋਸ਼ੀ ਨਾਂ ਦੇ ਵਿਅਕਤੀ ਅਤੇ ਹੋਰ ਵਿਅਕਤੀ ਫੜੇ ਗਏ। ਨਡੂਮ ਜੋਸ਼ੀ ਨੇ ਕੋਰਟ ਦੇ ਵਿੱਚ ਇਹ ਬਿਆਨ ਦਿੱਤਾ ਅਤੇ ਸਵੀਕਾਰ ਕੀਤਾ ਕਿ ਮੈਂ ਉਹਨਾਂ ਦੀ ਜਾਨ ਲਵਾਂਗਾ, ਭਾਵ ਕਿ ਛਤਰਪਤੀ ਸਾਹੂ ਜੀ ਮਹਾਰਾਜ ਦੀ ਜਾਨ ਲੈ ਕੇ ਛੱਡਾਂਗਾ। ਅਤੇ ਆਖਿਆ ਕਿ ਮੋਦਕ ਨੇ ਖਰਚੇ ਦੇ ਲਈ ਮੈਨੂੰ 30 ਰੁਪਏ ਦਿੱਤੇ ਅਤੇ ਇਹ ਫੈਸਲਾ ਸੁਣ ਕੇ ਮੋਦਕ ਨੇ ਸਲਾਹ ਦਿੱਤੀ ਛਤਰਪਤੀ ਸਾਹੂ ਜੀ ਮਹਾਰਾਜ ਦੀ ਲੜਕੀ ਦਾ ਵਿਆਹ ਆਉਣ ਵਾਲੇ ਸਮੇਂ ਦੇ ਵਿੱਚ ਹੈ, ਇਸ ਮੌਕੇ ਦੇ ਉੱਤੇ ਬੰਬ ਸੁੱਟਿਆ ਜਾਵੇ ਤਾਂ ਜੋ ਉਹਨਾਂ ਦਾ ਪਰਿਵਾਰ ਅਤੇ ਛਤਰਪਤੀ ਸਾਹੂ ਜੀ ਮਹਾਰਾਜ ਨੂੰ ਮਾਰਨ ਦੀ ਸਾਜ਼ਿਸ਼
ਸਾਜ਼ਿਸ਼ ਘੜ ਲਈ ਬ੍ਰਾਹਮਣਵਾਦੀ ਸਵਰਨ ਹਿੰਦੂਆਂ ਨੇ ਇਸ ਨੂੰ ਮੌਕੇ ਨੂੰ ਦੇਖਦੇ ਹੋਏ 21 ਮਾਰਚ 1908 ਨੂੰ ਨਜੂਮ ਜੋਸ਼ੀ ਨੇ ਮਹਾਰਾਜ ਦੀ ਲੜਕੀ ਦੇ ਸ਼ਾਦੀ ਦੇ ਵਿਆਹ ਦੀ ਰਸਮ ਤੇ ਸਮੇਂ ਤੇ ਨਾ ਪਹੁੰਚਣ ਕਾਰਨ ਇਹ ਬੰਬ ਨਾ ਚੱਲ ਸਕਿਆ ਔਰ ਛਤਰਪਤੀ ਸ਼ਾਹੂ ਜੀ ਮਹਾਰਾਜ ਦਾ ਆਪਣਾ ਅਤੇ ਉਸਦੇ ਪਰਿਵਾਰ ਦਾ ਬਚਾਅ ਹੋ ਗਿਆ। ਜੁਲਾਈ 1908 ਨੂੰ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਕੋਸ਼ਿਸ਼ ਕੀਤੀ ਮਾਰਨ ਦੀ, ਫਿਰ ਬੰਬ ਸੁੱਟਿਆ ਗਿਆ, ਫਿਰ ਛਤਰਪਤੀ ਸ਼ਾਹੂ ਜੀ ਮਹਾਰਾਜ ਬਚ ਗਏ। ਅਚਾਨਕ जिस दिन छत्रपति शाहू जी महाराज ते बंब सुट्टिया जाना सी, उस दिन छत्रपति शाहू जी महाराज जिस रास्ते विचों लंघ के जा रहे सन, जिस रास्ते विचों गुजर के जाना सी, उस रास्ते दे विच लेट होने के कारण वो अचानक बच गए। लेकिन होर घोड़े ते रथ दे लंघ जाने के कारण बंब फट गया अते फिर छत्रपति शाहू जी महाराज उस समय बच गए। 1910 के समय फिर छत्रपति शाहू जी महाराज नूं मारन दीयां धमकियां आईयां। फिर छत्रपति शाहू जी महाराज ने 1911 दे विच सत्यक सोधक नां दा संगठन जो महात्मा ज्योतिराव फूले जी ने स्थापना की थी, उस संगठन नूं पुनः स्थापना की गई अते उस संगठन दे राहीं पिंडां शहरां दे विच अनेकां शाखावां खोलीਆਂ ਅਤੇ ਰਿਆਸਤ ਦੇ ਵਿੱਚ ਅਨੇਕਾਂ ਅਣਥਕ ਯਤਨ ਕੀਤੇ। 1912 ਦੇ ਵਿੱਚ ਸਤਿਅਕ ਸਮਾਜ ਸੰਗਠਨ ਬਣਾਇਆ। ਉਸ ਸੰਗਠਨ ਦੇ ਮਾਧਿਅਮ ਤੋਂ ਪਾਠਸ਼ਾਲਾਵਾਂ ਚਲਾਈਆਂ। ਜਦੋਂ ਪਾਠਸ਼ਾਲਾਵਾਂ ਚਲਾਈਆਂ ਗਈਆਂ ਤਾਂ ਸਵਰਨ ਜਾਤੀਆਂ ਦੇ ਵੱਲੋਂ ਠੇਕੇਦਾਰਾਂ ਦੇ ਵੱਲੋਂ ਪਾਠਸ਼ਾਲਾਵਾਂ ਚਲਾਉਣ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਗਿਆ। 1912 ਦੇ ਵਿੱਚ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ वेतनदारी कानून पास कर दिता गया। 1915 ਦੇ ਵਿੱਚ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਵਿਆਹ ਕਰਵਾਏ। 1916 ਦੇ ਵਿੱਚ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਸੈਨਿਕ ਕੰਮਾਂ ਵਾਸਤੇ ਮਹੱਤਵਪੂਰਨ ਯੋਗਦਾਨ ਪਾਇਆ। 1917 ਦੇ ਵਿੱਚ ਵਿਧਵਾ ਵਿਆਹ ਮੁੜ ਦੁਬਾਰਾ ਕਾਨੂੰਨ ਪਾਸ ਕਰ ਦਿੱਤਾ ਗਿਆ, ਜਿਸ ਦੁਆਰਾ ਵਿਧਵਾ ਔਰਤਾਂ ਦਾ ਮੁੜ ਤੋਂ ਵਿਆਹ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ। 10 ਜੂਨ 1917 ਨੂੰ ਮੁਕਤ ਪ੍ਰਾਇਮਰੀ ਸਿੱਖਿਆ ਪੂਰਨ ਤੌਰ ਦੇ ਉੱਤੇ ਮਾਨਤਾ ਦੇ ਦਿੱਤੀ ਗਈ ਅਤੇ 16 ਅਗਸਤ 1918 ਨੂੰ ਸਿੱਖਿਆ ਕਰ ਕਾਨੂੰਨ ਪਾਸ ਕਰ ਦਿੱਤਾ ਗਿਆ ਅਤੇ 1918 ਨੂੰ ਗਰੀਬ ਲੋਕਾਂ ਵਾਸਤੇ ਸਸਤੇ ਅਨਾਜ ਡਿਪੂ ਖੁਲਵਾ ਦਿੱਤੇ ਗਏ ਆਪਣੀ ਰਿਆਸਤ ਦੇ ਵਿੱਚ ਅਤੇ 1918 ਦੇ ਵਿੱਚ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਅੰਤਰਜਾਤੀ ਵਿਆਹ ਕਾਨੂੰਨ ਪਾਸ ਕਰ ਦਿੱਤਾ ਗਿਆ। 1919 ਦੇ ਵਿੱਚ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਤਲਾਕ ਲਾ ਆਫ ਡਾਈਵੋਰਸ ਕਾਨੂੰਨ ਪਾਸ ਕਰ ਦਿੱਤਾ। 1919 ਦੇ ਵਿੱਚ ਛੂਆ-ਛਾਤ ਸਮਾਪਤ ਕਰਨ ਦਾ ਕਾਨੂੰਨ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਪਾਸ ਕਰ ਦਿੱਤਾ। 1919 ਦੇ ਵਿੱਚ ਹੀ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਬਾਲ ਵਿਆਹ ਰੋਕਣ ਦਾ ਕਾਨੂੰਨ ਪਾਸ ਕਰ ਦਿੱਤਾ। 1920 ਦੇ ਵਿੱਚ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਬੰਧੂਆ ਵਾਲ ਮਜ਼ਦੂਰੀ ਖਤਮ ਕਰਕੇ ਕਾਨੂੰਨ ਪਾਸ ਕਰ ਦਿੱਤਾ ਕਿ ਅੱਜ ਤੋਂ ਬਾਅਦ ਜਿਹੜਾ ਬਾਲ ਮਜ਼ਦੂਰੀ ਕਰਾਏਗਾ ਉਸ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਅਤੇ ਸਖਤ ਦੰਡ ਦਿੱਤਾ ਜਾਏਗਾ। ਅਤੇ ਇਸ ਦੌਰਾਨ 20 ਮਾਰਚ 1920 ਨੂੰ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਕੋਲਾਪੁਰ ਮਾਨਗਾਉਂ ਦੇ ਵਿੱਚ ਇੱਕ ਅਛੂਤ ਵਰਗ ਦਾ ਪ੍ਰੀਸ਼ਦ ਰੱਖਿਆ। ਕਾਨਫਰੰਸ ਹੋਈ, ਜਿਸ ਕਾਨਫਰੰਸ ਦੇ ਵਿੱਚ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਪ੍ਰਧਾਨਗੀ ਕੀਤੀ ਅਤੇ ਉਸ ਕਾਨਫਰੰਸ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਵੀ ਸ਼ਾਮਲ ਹੋਏ ਅਤੇ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਉਸ ਕਾਨਫਰੰਸ ਦੇ ਵਿੱਚ ਕਿਹਾ ਕਿ ਅੱਜ ਤੋਂ ਤੁਹਾਡਾ ਨੇਤਾ ਡਾਕਟਰ ਭੀਮ ਰਾਓ ਅੰਬੇਡਕਰ ਹੋਵੇਗਾ। ਮੇਰਾ ਵਿਸ਼ਵਾਸ ਹੈ ਕਿ ਡਾਕਟਰ ਭੀਮ ਰਾਓ ਅੰਬੇਡਕਰ ਤੁਹਾਡੀਆਂ ਗੁਲਾਮੀ ਦੀਆਂ ਜੰਜੀਰਾਂ ਕੱਟ ਕੇ ਹਟੇਗਾ, ਤੁਹਾਡੀਆਂ ਗੁਲਾਮੀ ਦੀਆਂ ਜੰਜੀਰਾਂ ਕੱਟ ਕੇ ਹਟੇਗਾ, ਤੁਹਾਡਾ ਭਲਾ ਕਰਨ ਵਿੱਚ ਸਫਲਤਾ ਪ੍ਰਾਪਤ ਕਰੇਗਾ। ਅਪ੍ਰੈਲ 1920 ਦੇ ਵਿੱਚ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਵਿਦਿਆਰਥੀਆਂ ਵਾਸਤੇ ਨਵੇਂ ਹੋਸਟਲ ਦਾ ਪ੍ਰਬੰਧ ਕੀਤਾ ਅਤੇ ਨਵਾਂ ਹੋਸਟਲ ਦਾ ਉਦਘਾਟਨ ਕੀਤਾ। 3 ਮਈ 1920 ਨੂੰ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਗਰੀਬ ਬੰਧੂਆ ਮਜ਼ਦੂਰਾਂ ਦਾ ਮਜ਼ਦੂਰੀ ਪ੍ਰਥਾ ਖਤਮ ਕਰਕੇ ਕਾਨੂੰਨ ਪਾਸ ਕਰ ਦਿੱਤਾ ਅਤੇ ਕਾਨੂੰਨ ਦੀ ਉਲੰਘਣਾ ਕਰਨੇ ਵਾਲੇ ਨੂੰ 100 ਰੁਪਇਆ ਦੰਡ ਜੁਰਮਾਨਾ ਰੱਖ ਦਿੱਤਾ ਗਿਆ ਅਤੇ 1921 ਦੇ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਲੰਡਨ ਵਿਖੇ ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਸਤੇ ਗਏ, ਜਿਸ ਦੌਰਾਨ ਡਾਕਟਰ ਅੰਬੇਡਕਰ ਨੂੰ ਅਨੇਕਾਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੌਰਾਨ ਛਤਰਪਤੀ ਸ਼ਾਹੂ ਜੀ ਮਹਾਰਾਜ ਨੂੰ ਡਾਕਟਰ ਅੰਬੇਡਕਰ ਜੀ ਨੇ ਖਤ ਲਿਖਿਆ ਕਿ ਮੈਨੂੰ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਤਾਂ ਉਸ ਸਮੇਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ 750 ਰੁਪਏ ਦਾ ਚੈੱਕ ਉਸ ਸਮੇਂ ਭੇਜਿਆ ਅਤੇ ਕੁਝ ਸਮੇਂ ਬਾਅਦ ਫਿਰ 1500 ਰੁਪਏ ਦਾ ਚੈੱਕ ਭੇਜਿਆ। ਇਸ ਉਪਰੰਤ ਡਾਕਟਰ ਭੀਮ ਰਾਓ ਅੰਬੇਡਕਰ ਜਦੋਂ ਉਚੇਰੀ ਪੜ੍ਹਾਈ ਕਰਕੇ ਵਾਪਸ ਭਾਰਤ ਆਏ ਤਾਂ 24 ਜਨਵਰੀ 1921 ਨੂੰ ਡਾਕਟਰ ਭੀਮ ਰਾਓ ਅੰਬੇਡਕਰ ਨੇ ਮਨੂਕ ਨਾਇਕ ਅਖਬਾਰ ਦਾ ਪ੍ਰਕਾਸ਼ਿਤ ਕੀਤਾ ਅਤੇ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਮਨੂਕ ਨਾਇਕ ਅਖਬਾਰ ਨੂੰ ਚਲਾਉਣ ਦੇ ਵਾਸਤੇ 750 ਰੁਪਏ ਦਾ ਚੈੱਕ ਦਿੱਤਾ ਅਤੇ ਫਿਰ ਦੁਬਾਰਾ 21 ਫਰਵਰੀ 1921 ਨੂੰ ਛਤਰਪਤੀ ਸ਼ਾਹੂ ਜੀ ਮਹਾਰਾਜ ਨੇ ਦੂਸਰਾ ਚੈੱਕ ਮਨੂਕ ਨਾਇਕ ਅਖਬਾਰ ਚਲਾਉਣ ਦੇ ਲਈ 1000 ਰੁਪਏ ਦਾ
ਦਿੱਤਾ। ਅੰਤ ਵਿੱਚ 6 ਮਈ 1922 ਨੂੰ ਬਹੁਜਨ ਸਮਾਜ ਦੇ ਹਿੱਤਾਂ ਦੇ ਰੱਖਿਅਕ ਰਾਜ ਰਿਸ਼ੀ, ਲੋਕਤੰਤਰ ਦੇ ਉਦਾਰ ਸਤੰਭ, ਰਿਜ਼ਰਵੇਸ਼ਨ ਦੇ ਦੇਵਤਾ, ਰਿਜ਼ਰਵੇਸ਼ਨ ਦੇ ਜਨਮਦਾਤਾ ਛਤਰਪਤੀ ਸ਼ਾਹੂ ਜੀ ਮਹਾਰਾਜ ਦਾ ਦੇਹਾਂਤ ਬੰਬਈ ਪਨਹਾਲਾ ਰਾਜਗ੍ਰਹਿ ਵਿਖੇ ਹੋਇਆ। ਆਓ ਸਾਥੀਓ, ਛਤਰਪਤੀ ਸ਼ਾਹੂ ਜੀ ਮਹਾਰਾਜ ਦੇ ਪਰਿਨਿਰਵਾਣ ਦਿਵਸ ਦੇ ਉੱਤੇ ਅੱਜ ਅਸੀਂ ਪ੍ਰਣ ਕਰਦੇ ਹਾਂ ਕਿ ਛਤਰਪਤੀ ਸ਼ਾਹੂ ਜੀ ਮਹਾਰਾਜ ਦੇ ਦੱਸੇ ਹੋਏ ਜੀਵਨ ਅਤੇ ਮਾਰਗ ਤੇ ਚੱਲਦਿਆਂ ਹੋਇਆਂ ਭਾਰਤ ਦੇਸ਼ ਦੇ ਵਿੱਚ ਬਹੁਜਨ ਸਮਾਜ ਦੇ ਹਿੱਤਾਂ ਦੀ ਰੱਖਿਆ ਕਰੀਏ ਔਰ ਭਾਰਤ ਦੇ ਵਿੱਚ ਬਹੁਜਨ ਸਮਾਜ ਦੇ ਰਹਿਬਰਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਕੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੇ ਯਤਨ ਕਰੀਏ। ਆਸ ਕਰਦੇ ਹਾਂ ਕਿ ਇਹ ਵੀਡੀਓ ਆਪ ਸਭ ਨੂੰ ਪਸੰਦ ਆਈ ਹੋਵੇਗੀ ਅਤੇ ਆਪਣੇ ਸਾਥੀਆਂ ਨਾਲ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਆਪ ਸਭ ਦੇ ਨਾਲ ਬਹੁਜਨ ਸਮਾਜ ਦੇ ਰਹਿਬਰਾਂ ਦਾ ਜੀਵਨ ਅਤੇ ਮਿਸ਼ਨ ਦੇ ਆਧਾਰਿਤ ਸਾਂਝੀਆਂ ਕੀਤੀਆਂ ਜਾ ਸਕਣ। ਜੈ ਭੀਮ, ਜੈ ਭਾਰਤ, ਨਮੋ ਬੁੱਧਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।